ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਕਾਮਾਗਾਟਾਮਾਰੂ ਦੀ ਘਟਨਾ ਨੂੰ 108 ਸਾਲ ਹੋ ਚੁੱਕੇ ਨੇ ਤੇ 108 ਸਾਲਾਂ ਦੇ ਵਿੱਚ ਉਹਨਾਂ ਗਦਰੀ ਬਾਬਿਆਂ ਦੀ ਦੇਣ ਕਰਕੇ ਅਸੀਂ ਦੇਖ ਰਹੇ ਹਾਂ ਕਿ ਪੰਜਾਬੀ ਦੁਨੀਆ ਦੀਆਂ ਕੋਨਿਆਂ ਦੇ ਵਿੱਚ ਮੱਲਾਂ ਮਾਰ ਰਹੇ ਨੇ। ਉੱਥੇ ਹੀ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਭਾਰਤੀ ਲੋਕ, ਪੰਜਾਬੀ ਲੋਕ ਵੱਖ-ਵੱਖ ਅਹੁਦਿਆਂ ਦੇ ਉੱਤੇ ਪਹੁੰਚ ਗਏ ਨੇ। ਕਾਮਾਗਾਟਾਮਾਰੂ ਦੀ ਹਿਸਟਰੀ ਨੂੰ ਜਿਹੜਾ ਜਿੰਦਾ ਰੱਖਣ ਦੇ ਲਈ ਵੱਖ-ਵੱਖ ਜਗ੍ਹਾਵਾਂ ਦੇ ਉੱਤੇ, ਵੱਖ-ਵੱਖ ਸੂਬਿਆਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪਾਰਕ ਬਣ ਰਹੇ ਨੇ। ਕਾਮਾਗਾਟਾਮਾਰੂ ਦੇ ਨਾਂ ਦੇ ਉੱਤੇ ਸਟਰੀਟ ਦਾ ਨਾਮ ਰੱਖਿਆ ਜਾ ਰਿਹਾ ਤੇ ਹੁਣ ਵਿਨੀਪੈਗ ਦੇ ਵਿੱਚ ਵੀ ਇੱਕ ਪਾਰਕ ਜਿਸ ਦਾ ਨਾਂ ਕਾਮਾਗਾਟਾਮਾਰੂ ਤੇ ਰੱਖਿਆ ਗਿਆ, ਉਸ ਦਾ ਉਦਘਾਟਨ ਕਰ ਦਿੱਤਾ ਗਿਆ। ਤੁਹਾਨੂੰ ਯਾਦ ਹੋਣਾ 2016 ਦੇ ਵਿੱਚ ਫੈਡਰਲ ਸਰਕਾਰ ਦੇ ਵੱਲੋਂ ਅਨਾਉਂਸ ਕੀਤਾ ਗਿਆ ਸੀ ਕਿ ਕਾਮਾਗਾਟਾਮਾਰੂ ਪਾਰਕ ਵਿਨੀਪੈਗ ਦੇ ਵਿੱਚ ਬਣਾਇਆ ਜਾਵੇਗਾ। ਕਈ ਸਾਲ ਲਟਕਣ ਤੋਂ ਬਾਅਦ ਫਾਈਨਲੀ ਵਿਨੀਪੈਗ ਨੂੰ ਕਾਮਾਗਾਟਾਮਾਰੂ ਪਾਰਕ ਮਿਲ ਗਿਆ। ਕੈਨੇਡੀਅਨ ਸਿੱਖ ਇਤਿਹਾਸ ਦੇ ਅੰਦਰ ਕਾਮਾਗਾਟਾਮਾਰੂ ਇੱਕ ਬਹੁਤ ਵੱਡੀ ਘਟਨਾ ਜਿਸ ਦੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਮੁਆਫੀ ਵੀ ਮੰਗੀ ਗਈ। ਕਾਮਾਗਾਟਾਮਾਰੂ ਨਾਮ ਨਾਲ ਸਿੱਖਾਂ ਦੇ ਭਾਵਨਾਤਮਕ ਸਬੰਧ ਜੁੜੇ ਹਨ। 1914 ਨੂੰ ਵਾਪਰੀ ਕਾਮਾਗਾਟਾਮਾਰੂ ਦੀ ਘਟਨਾ ਜੋ ਕਿ ਇੱਕ ਬੇਹੱਦ ਮੰਦਭਾਗੀ ਘਟਨਾ ਸੀ, ਜਿਸ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 18 ਮਈ 2016 ਨੂੰ ਓਟਵਾ ਦੇ ਸੰਸਦ ਹਿੱਲ ਵਿਖੇ ਸਥਿਤ ਹਾਊਸ ਆਫ ਕਾਮਨਜ਼ ਵਿਖੇ ਕਾਮਾਗਾਟਾਮਾਰੂ ਦੇ ਜ਼ਿਆਦਾਤਰ ਯਾਤਰੀਆਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਣ ਲਈ 1914 ਦੇ ਸਰਕਾਰ ਦੇ ਫੈਸਲੇ ਲਈ ਰਸਮੀ ਤੌਰ ਤੇ ਮੁਆਫੀ ਮੰਗੀ ਜਾ ਚੁੱਕੀ ਹੈ। ਵਿਨੀਪੈਗ ਦੇ ਵਾਟਰਫੋਰਡ ਗ੍ਰੀਨ ਦੇ ਆਸ-ਪਾਸ ਦੇ ਵਸਨੀਕਾਂ ਵੱਲੋਂ ਮੈਨੀਟੋਬਾ ਵਿਧਾਨ ਸਭਾ ਅੱਗੇ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ ਕਿਉਂਕਿ ਭਾਈਚਾਰੇ ਦਾ ਕਹਿਣਾ ਸੀ ਕਿ 2016 ਵਿੱਚ ਇਸ ਇਲਾਕੇ ਦੀ ਉਸਾਰੀ ਵੇਲੇ ਇਸ ਦੇ ਡਿਵੈਲਪਰਸ ਦੇ ਵੱਲੋਂ ਸਥਾਨਕ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਇੱਥੇ ਬਹੁਤ ਹੀ ਸ਼ਾਨਦਾਰ ਕਾਮਾਗਾਟਾਮਾਰੂ ਦੇ ਸ਼ਹੀਦਾਂ ਦੀ ਯਾਦ ਵਿੱਚ ਪਾਰਕ ਤਿਆਰ ਕੀਤਾ ਜਾਵੇਗਾ ਜੋ ਕਿ ਸਭ ਤਰ੍ਹਾਂ ਦੀਆਂ ਸਹੂਲਤਾਂ ਨਾਲ ਭਰਪੂਰ ਹੋਵੇਗਾ। ਇਸ ਦਾ ਬਕਾਇਦਾ ਐਲਾਨ ਮਈ 2016 ਵਿੱਚ ਇੱਕ ਬਹੁਤ ਹੀ ਸ਼ਾਨਦਾਰ ਸਮਾਰੋਹ ਦੇ ਦੌਰਾਨ ਜੋ ਕਿ ਸਥਾਨਕ ਪੰਜਾਬ ਕਲਚਰਲ ਸੈਂਟਰ ਵਿੱਚ ਰੱਖਿਆ ਗਿਆ ਸੀ, ਜਿਸ ਵਿੱਚ ਉਸ ਵੇਲੇ ਦੀ ਟਰੂਡੋ ਸਰਕਾਰ ਵਿੱਚ ਸ਼ਾਮਿਲ ਕੈਬਨਿਟ ਮੰਤਰੀ ਵੀ ਸ਼ਾਮਿਲ ਸਨ। ਲਗਭਗ 6 ਸਾਲ ਬੀਤਣ ਦੇ ਉਪਰੰਤ ਵੀ ਵਿਨੀਪੈਗ ਨੂੰ ਇਹ ਪਾਰਕ ਨਹੀਂ ਮਿਲਿਆ ਸੀ ਤੇ ਹੁਣ 6 ਸਾਲ ਬਾਅਦ ਵਿਨੀਪੈਗ ਨੂੰ ਆਖਿਰ ਇਹ ਪਾਰਕ ਮਿਲ ਗਿਆ। ਵਿਨੀਪੈਗ ਦੇ ਵਾਟਰਫੋਰਡ ਏਰੀਏ ਵਿੱਚ ਬਣੇ ਪਾਰਕ ਦਾ ਨਾਮ ਕਾਮਾਗਾਟਾਮਾਰੂ ਪਾਰਕ ਰਜਿਸਟਰ ਹੋ ਚੁੱਕਿਆ ਹੈ। ਇਸ ਪਾਰਕ ਦਾ ਸਾਈਨ ਬੋਰਡ ਹੁਣ ਲਗਾ ਦਿੱਤਾ ਗਿਆ। ਇਸ ਸੰਬੰਧੀ ਇੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਰਿਸਪੈਕਟਡ ਸਿਟੀ ਕਾਉਂਸਲਰਸ, MLAs, MPs ਤੇ ਵਿਨੀਪੈਗ ਦੀਆਂ ਅਹਿਮ ਸ਼ਖਸੀਅਤਾਂ ਪਹੁੰਚੀਆਂ ਸਨ। ਉਦਘਾਟਨ ਸਮੇਂ ਖਾਸ ਸ਼ਖਸੀਅਤਾਂ ਨੇ ਸੰਬੋਧਨ ਵੀ ਕੀਤਾ। Persistence, Vivian, in making today possible. So thank you on behalf of the residents of Winnipeg North. I look at it from a perspective of back in 2016. That's when Justin Trudeau actually gave the formal apology back in 2016. And that is something that was long overdue. The Kaamagata-Maru incident is one of those things in Canadian history that we need to not forget, but in fact to learn about. Canada is a great nation of diversity. And the concept and the idea, whether it's the developers who have the land and agreed with the wonderful thought after the apology, to Councillor Santos in ensuring that this particular park received the name, not to mention the community residents. And I know Cindy will make reference to one special person, so I'll leave that for now. But just to acknowledge that, yes, we do have something that we can all reflect on. The Kaamagata-Maru incident, it should be an educational opportunity for all of us to really appreciate. We've been afforded that opportunity, and I know for many of you that are here today, you think of other things. You think of whether it's splash pads, other types of activities, shelters for seniors and so forth. That'll be for another day. Councillor Vivian Santos here, thank you for all of the work that you have done to make this event possible, to make the naming of this park possible. And one sort of on the same train of thought, what I'd like to do is thank the residents who live in the neighborhood. You know, over the last year, my father
my father and I have both come out on multiple occasions for rallies, for petition signings, and it really is the residents who took the initiative and held all levels of government accountable to ensure that this park would in fact be named the Kamagata Maru Park, and that the park is being maintained and taken care of. And I really think that there needs to be a big applause for all of you for doing your part to make our community even better. So thank you for that. The second thought that I wanted to share is the education component. I think it is so cool, and it makes me super, super proud to be living here in the North End that we get to name a park the Kamagata Maru. And it's because historically, if you think upon the incident, it is something that affects many Manitobans, many who live in this community of Tyndall Park, deeply and profoundly. And it's something that I think we should be even taking a step forward. We should be talking about the Kamagata Maru incident in our school curriculum, for example. ਕੈਨੇਡਾ ਦੇ ਕਈ ਸੂਬਿਆਂ ਵਿੱਚ ਸੜਕਾਂ ਅਤੇ ਪਾਰਕਾਂ ਦਾ ਨਾਂ ਕਾਮਾਗਾਟਾ ਮਾਰੂ ਦੇ ਨਾਂ ਤੇ ਰੱਖਿਆ ਜਾ ਰਿਹਾ ਹੈ। ਇਸ ਸੰਬੰਧੀ ਰਾਜ ਤੂਰ ਵੱਲੋਂ ਲੰਮੇ ਚਿਰ ਤੋਂ ਲੌਬਿੰਗ ਕੀਤੀ ਜਾ ਰਹੀ ਹੈ। ਰਾਜ ਤੂਰ ਦੇ ਦਾਦਾ ਪੂਰਨ ਸਿੰਘ ਜਨੇਤਪੁਰ ਕਾਮਾਗਾਟਾ ਮਾਰੂ ਸਮੁੰਦਰੀ ਜਹਾਜ਼ ਰਾਹੀਂ ਭਾਰਤ ਤੋਂ ਵੈਨਕੂਵਰ ਆਏ ਸਨ, ਪਰ ਉਸ ਸਮੇਂ ਜਹਾਜ਼ ਨੂੰ ਵਾਪਸ ਮੋੜ ਦਿੱਤਾ ਗਿਆ ਸੀ ਤੇ ਵਾਪਸੀ ਮੌਕੇ ਭਾਰਤ ਵਿੱਚ ਉਸ ਤੋਂ ਉੱਤਰ ਰਹੇ ਯਾਤਰੀਆਂ ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪੂਰਨ ਸਿੰਘ ਜਨੇਤਪੁਰ ਨੂੰ ਵੀ ਗ੍ਰਿਫਤਾਰ ਕਰਕੇ ਉਹਨਾਂ ਉੱਪਰ ਕੇਸ ਕਰ ਦਿੱਤਾ ਗਿਆ ਸੀ। ਇਸ ਮਗਰੋਂ 1968 ਵਿੱਚ ਉਹਨਾਂ ਦੇ ਪੁੱਤਰ ਨੇ ਉਹਨਾਂ ਨੂੰ ਸਪਾਂਸਰ ਕੀਤਾ ਸੀ, ਪਰ ਪੂਰਨ ਸਿੰਘ ਜਨੇਤਪੁਰ ਨੇ ਕਾਮਾਗਾਟਾ ਮਾਰੂ ਦੀ ਕੌੜੀ ਯਾਦ ਕਾਰਨ ਕੈਨੇਡਾ ਆਉਣ ਤੋਂ ਨਾ ਕਰ ਦਿੱਤੀ ਸੀ। ਰਾਜ ਸਿੰਘ ਤੂਰ ਦੀ ਸਿਹਤ ਨਾਸਾਜ਼ ਹੋਣ ਕਾਰਨ ਉਹ ਪਾਰਕ ਦੇ ਉਦਘਾਟਨ ਵਿੱਚ ਸ਼ਾਮਿਲ ਨਹੀਂ ਹੋ ਸਕੇ ਸਨ। ਉਹਨਾਂ ਨੇ ਜ਼ੂਮ ਰਾਹੀਂ ਉੱਥੇ ਆਪਣੀ ਗੱਲ ਰੱਖੀ ਸੀ ਤੇ ਉੱਥੇ ਸ਼ਿਰਕਤ ਕੀਤੀ ਸੀ ਤੇ ਅੱਜ ਵੀ ਰਾਜ ਸਿੰਘ ਤੂਰ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਵਰਚੁਅਲੀ ਸਾਡੇ ਨਾਲ ਜੁੜੇ ਅਤੇ ਗੱਲਬਾਤ ਸਾਂਝੀ ਕੀਤੀ। ਕਾਮਾਗਾਟਾ ਮਾਰੂ ਪਰਿਵਾਰਾਂ ਨਾਲ ਜੁੜੇ ਰਾਜ ਸਿੰਘ ਤੂਰ ਅੱਜ ਮੇਰੇ ਨਾਲ ਵਰਚੁਅਲੀ ਗੱਲਬਾਤ ਕਰਨਗੇ ਤੇ ਆਓ ਸਵਾਗਤ ਕਰ ਲੈਂਦੇ ਹਾਂ। ਸੋ ਤੂਰ ਸਾਹਿਬ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਜਿਵੇਂ ਅਸੀਂ ਪਹਿਲਾਂ ਗੱਲ ਕਰ ਰਹੇ ਹੈਗੇ ਕਿ ਵਿਨੀਪੈਗ ਦੇ ਵਿੱਚ ਇੱਕ ਪਾਰਕ ਦਾ ਉਦਘਾਟਨ ਕੀਤਾ ਗਿਆ ਤੇ ਕਾਮਾਗਾਟਾ ਮਾਰੂ ਦੇ ਨਾਂ ਤੇ ਉਦਘਾਟਨ ਕੀਤਾ ਗਿਆ। ਸੋ ਇਹ ਮਾਮਲਾ 5 ਸਾਲ ਪਹਿਲਾਂ ਜਦੋਂ 5 ਸਾਲ ਲਟਕਿਆ ਰਿਹਾ, 2 ਸਾਲ ਤੁਸੀਂ ਵੀ ਇਹਨੂੰ ਐਡਵੋਕੇਟ ਕੀਤਾ। ਸੋ ਪੂਰੀ ਕਹਾਣੀ ਬਾਰੇ ਦੱਸੋ ਜੀ ਪਹਿਲਾਂ ਸਾਨੂੰ। 5 ਸਾਲ ਦੇ ਜਿਹੜੇ ਸਿਟੀ ਆਫ ਜਿਹੜੇ ਵਿਨੀਪੈਗ ਦੇ ਰੈਜ਼ੀਡੈਂਟ ਸੀਗੇ ਉਹਨਾਂ ਦੇ ਆਪਣੇ ਪ੍ਰੋਟੈਸਟ ਵੀ ਕੀਤੇ ਆ ਤੇ ਕਾਫੀ ਉਹ ਆਪਣੇ ਕਰ ਰਹੇ ਸੀ ਵੀ ਇਸ ਤਰ੍ਹਾਂ ਕਾਮਾਗਾਟਾ ਮਾਰੂ ਪਾਰਕ ਰੱਖਿਆ ਜਾਵੇ, ਜੋ ਕਿ ਸਿੰਘ ਟ੍ਰੇਲ ਜਿਹੜੀ ਹੈਗੀ ਆ ਇੱਕ ਡਿਵੈਲਪਰ ਦਾ ਨਾਂ ਤੇ ਸਟਰੀਟ ਹੈਗੀ ਆ, ਉਹਦੇ ਤੇ ਇੱਕ ਪਾਰਕ ਹੁੰਦਾ ਸੀਗਾ ਤੇ ਉਹਦਾ ਨਾਂ ਕਾਮਾਗਾਟਾ ਮਾਰੂ ਪਾਰਕ ਨੂੰ ਕਹਿੰਦੇ ਸੀਗੇ। ਤੇ ਉਹ ਜਿਹੜੀ ਗੌਰਮੈਂਟ ਜਿਹੜੀ ਸੀ ਉਹ ਮੰਨ ਨਹੀਂ ਸੀ ਰਹੀ ਤੇ ਸਿਟੀ ਹਾਲ ਵਾਲੇ ਵੀ ਸੀ ਮੰਨ ਰਹੇ। ਫਿਰ ਪ੍ਰੋਟੈਸਟ ਵੀ ਕੀਤੇ। ਫਿਰ ਮੈਨੂੰ ਪਤਾ ਲੱਗਿਆ ਤੇ ਫਿਰ ਮੈਂ ਪਰਿਵਾਰਾਂ ਦੇ ਬਿਹਾਫ ਤੇ ਜਿਹੜੀ ਸੁਸਾਇਟੀ ਦੇ ਬਿਹਾਫ ਤੇ ਮੈਂ ਆਖਿਆ ਵੀ ਮੈਂ ਵਾਈਸ ਪ੍ਰੈਜ਼ੀਡੈਂਟ ਤੇ ਸਪੋਕਸ ਪਰਸਨ ਆ ਵੀ ਤੁਸੀਂ ਇਹ ਅਸੀਂ ਵੀ ਚਾਹੁੰਦੇ ਹਾਂ, ਕਮਿਊਨਿਟੀ ਸਾਰੀ ਚਾਹੁੰਦੀ ਆ, ਅਸੀਂ ਨਾਲ ਆ ਇਹਨਾਂ ਦੇ ਸਿਟੀ ਆਫ ਵਿਨੀਪੈਗ ਦਾ, ਤੁਸੀਂ ਪਾਰਕ ਸਿਟੀ ਤੋਂ ਸਿਟੀ ਬਣਾਵੋ। ਫਿਰ ਉਹਨਾਂ ਦੀ ਮੈਨੂੰ ਈਮੇਲ ਬੈਕ ਆ ਗਈ ਸੀ ਕਿ ਮਿਸਟਰ ਟੂ ਅਸੀਂ ਸਪੀਡੀ ਪ੍ਰੋਸੈਸ ਕਰਾਂਗੇ ਤੇ ਅਸੀਂ ਜਦੋਂ ਇਹ ਜਦੋਂ ਕਾਉਂਸਲ ਕੋਲ ਲੈ ਕੇ ਆਵਾਂਗੇ ਫਿਰ ਤੈਨੂੰ ਮੌਕਾ ਵੀ ਦੇਵਾਂਗੇ ਬੋਲਣ ਦਾ। ਫਿਰ ਇਹਨੇ ਅਪ੍ਰੈਲ 28 ਨੂੰ ਇਹ ਜਿਹੜਾ ਹੈਗਾ ਆਪਣਾ ਮਤਾ ਲੈ ਕੇ ਆਉਂਦਾ ਸੀਗਾ ਕਾਉਂਸਲ ਕੋਲੇ ਤੇ ਫਿਰ ਉਸ ਤੋਂ ਮਗਰ ਮੈਨੂੰ ਦੱਸਿਆ ਸੀਗਾ, ਮੈਂ ਰਿਟਨ ਸਬਮਿਸ਼ਨ ਭੇਜਿਆ ਸੀਗਾ ਤੇ ਮੈਂ ਆਖਿਆ ਸੀਗਾ ਮੈਂ ਬੋਲੂੰਗਾ ਤੇ ਮੈਂ ਉੱਥੇ ਸਪੀਚ ਵੀ ਦਿੱਤੀ ਸੀ ਵਰਚੁਅਲੀ ਉਹਨਾਂ ਕੋਲੇ, ਸਾਰੀ ਕਾਉਂਸਲ ਨੂੰ ਸੰਬੋਧਨ ਕੀਤਾ ਸੀਗਾ। ਮੈਂ ਆਖਿਆ ਸੀਗਾ ਵੀ ਅਸੀਂ ਪਰਿਵਾਰ ਕਮਿਊਨਿਟੀ ਸਪੋਰਟ ਕਰਦੇ ਹਾਂ ਸਿਟੀ ਵਿਨੀਪੈਗ ਦੀ ਰੈਜ਼ੀਡੈਂਟ, ਬਹੁਤ ਜ਼ਿਆਦਾ ਹਾਰਡ ਵਰਕ ਕੀਤਾ ਇਹਨਾਂ ਦਾ ਤੇ ਤੁਸੀਂ ਛੇਤੀ ਇਸ ਦਾ ਨਾਮ ਕਾਮਾਗਾਟਾ ਮਾਰੂ ਪਾਰਕ ਰੱਖਿਆ ਜਾਏ। ਜਿਹੜੀ ਰਿਪੋਰਟ ਆਈ ਆ ਸਿਟੀ ਵੱਲੋਂ ਜਿਹੜੇ ਸਟਾਫ ਵੱਲੋਂ ਤੇ ਇਹਨੂੰ ਅਪਰੂਵ ਕੀਤਾ ਜਾਵੇ। ਉਹਨੂੰ ਫਿਰ ਸਰਬਸੰਮਤੀ ਨਾਲ ਮੇਰੇ ਤੋਂ ਕੋਈ ਕੁਐਸਚਨ ਨਹੀਂ ਉਹਨਾਂ ਨੇ ਪੁੱਛਿਆ, ਅਪਰੂਵ ਕਰ ਦਿੱਤਾ ਗਿਆ ਸੀਗਾ। ਤੇ ਫਿਰ ਕਹਿੰਦੇ ਸੀ ਕੋਈ ਗੱਲ ਨਹੀਂ ਮਿਸਟਰ ਟੂ ਤੈਨੂੰ ਫਿਰ ਅਸੀਂ ਸੱਦਾਂਗੇ ਜਦੋਂ ਅਸੀਂ ਅਨਵੀਲ ਕਰਾਂਗੇ ਇਸ ਨੂੰ। ਤੇ ਫਿਰ ਉਹਨਾਂ ਨੇ ਮੈਨੂੰ ਸਪੈਸ਼ਲ ਸੱਦਾ ਪੱਤਰ ਲਾਸਟ ਵੀਕ ਭੇਜਿਆ ਸੀਗਾ, ਕਹਿੰਦੇ ਤੁਸੀਂ ਆਪਾਂ ਅਨਵੀਲ ਕਰਨਾ, ਤੁਸੀਂ ਆਓ ਤੇ ਸਾਡੇ ਨਾਲ ਕਰਕੇ ਇਹਨੂੰ ਤੁਸੀਂ ਉਦਘਾਟਨ ਕਰੋ ਤਾਂ ਅਨਵੀਲ ਕਰੋ ਤੇ ਤੁਹਾਨੂੰ ਅਸੀਂ ਸਪੈਸ਼ਲ ਸੱਦਾ ਪੱਤਰ ਦਿੰਦੇ ਹਾਂ। ਤੇ ਮੈਂ ਫਲਾਈਟ ਵੀ ਬੁੱਕ ਕਰ ਲਈ ਸੀਗੀ ਤੇ ਸਮਹਾਉ ਮੈਂ ਸਿੱਕ ਹੋ ਗਿਆ ਤੇ ਮੈਨੂੰ ਫਲਾਈਟ ਕੈਂਸਲ ਕਰਨੀ ਪਈ। ਫਿਰ ਉਹ ਕਹਿੰਦੇ ਮਿਸਟਰ ਟੂ ਨਾਟ ਵਰੀ, ਤੈਨੂੰ ਅਸੀਂ ਜਿਹੜੀ ਹੈਗੀ ਜ਼ੂਮ ਲਿੰਕ ਭੇਜਦੇ ਹਾਂ, ਤੂੰ ਉੱਥੇ ਸਪੀਚ ਕਰੀ ਤੇ ਸਾਡੇ ਨਾਲ ਜ਼ੂਮ ਲਿੰਕ ਦੇ ਥਰੂ ਤੁਸੀਂ ਜਿਹੜੇ ਹੈਗੇ ਸਾਡੇ ਨਾਲ ਬਣੇ ਰਹੋ। ਤੂਰ ਸਾਹਿਬ ਇਸੇ ਕਰਕੇ ਅਸੀਂ ਵੀ ਤੁਹਾਡੇ ਨਾਲ ਗੱਲਬਾਤ ਵਰਚੁਅਲੀ ਕਰ ਰਹੇ ਹੈਗੇ, ਤੁਸੀਂ ਸਿੱਖ ਹੈਗੇ ਆ ਪਰ ਐਡਵੋਕੇਟ ਤੁਸੀਂ ਹਮੇਸ਼ਾ ਕਰਦੇ ਰਹਿੰਦੇ ਆ, ਚਾਹੇ ਉਹ ਸਰੀ ਦੇ ਵਿੱਚ ਸਟਰੀਟ ਦਾ ਨਾਮ ਹੋਵੇ, ਚਾਹੇ ਵੈਨਕੂਵਰ ਦੇ ਵਿੱਚ ਹੋਵੇ। ਪ੍ਰਧਾਨ ਮੰਤਰੀ ਨੇ ਵੀ 2015 ਦੇ ਵਿੱਚ ਜਿਹੜੀ ਮਾਫੀ ਮੰਗੀ ਸੀ, 16 ਦੇ ਵਿੱਚ ਇਹ ਜਿਹੜਾ ਵਿਨੀਪੈਗ ਵਾਲਾ ਪਾਰਕ ਹੈ ਇਹਦੀ ਅਨਾਉਂਸਮੈਂਟ ਤਾਂ ਕਰ ਦਿੱਤੀ ਗਈ ਸੀ, ਪਰ 5 ਸਾਲ ਕਿਸੇ ਨੇ ਬਾਤ ਨਹੀਂ ਪੁੱਛੀ। ਜਦੋਂ ਤੁਸੀਂ ਐਂਟਰ ਕੀਤਾ, ਜਦੋਂ ਤੁਹਾਨੂੰ ਪਤਾ ਲੱਗਿਆ, ਤੁਹਾਡੇ ਤੱਕ ਕਿਹਨੇ ਪਹੁੰਚ ਕੀਤੀ ਸੀ?
ਮੈਂ ਤਾਂ ਮੈਨੂੰ ਜਿਹੜੀ ਆ ਇਹਨਾਂ ਦੇ ਜਿਹੜੇ ਪ੍ਰੋਟੈਸਟ ਸੀਗੇ ਸੀਬੀਸੀ ਨਿਊਜ਼ ਤੇ ਉਹਨਾਂ ਦੇ ਲੋਕਲ ਪੇਪਰ 'ਚ ਮੈਂ ਪੜ੍ਹੇ ਸੀਗੇ, ਤੇ ਉਸ ਤੋਂ ਮਗਰੋਂ ਫਿਰ ਮੈਂ ਆਪ ਹੀ ਫਿਰ ਅਪਰੋਚ ਕਰ ਲਈ ਸੀ ਸਿਟੀ ਆਫ ਜਿਹੜੀ ਕਾਉਂਸਲ ਨੂੰ। ਹਾਂਜੀ, ਜੀ ਤੇ ਬਿਲਕੁਲ। ਉਸ ਤੋਂ ਮਗਰੋਂ ਫਿਰ ਜਿਹੜੇ ਹੈਗੇ ਆ ਤੇ ਆਪਣੇ ਤੇ ਹੁਣ ਜਦੋਂ ਆਪਣੇ ਉੱਥੇ ਮੈਂ ਦੇਖਿਆ ਹੈਗਾ ਬਹੁਤ ਜ਼ਿਆਦਾ ਭਾਰੀ ਇਕੱਠ ਸੀਗਾ, ਤੇ ਜਦੋਂ ਮੈਂ ਸੰਬੋਧਨ ਕੀਤਾ ਫਿਰ ਮੈਂ ਉਸ ਤੋਂ ਮੈਂ ਜਿਹੜੇ ਮੇਰੇ ਗ੍ਰੈਂਡਫਾਦਰ ਆਏ ਸੀਗੇ, ਉਹ ਸਾਰੀ ਸਟੋਰੀ ਦੱਸੀ ਵੀ ਕਿਵੇਂ ਇਸ ਜਹਾਜ਼ ਤੇ ਉਹ ਆਏ ਸੀਗੇ, ਕਿਸ ਤਰ੍ਹਾਂ ਉਹਨਾਂ ਨੇ ਦੱਸਦੇ ਹੁੰਦੇ ਸੀ ਵੀ ਖਾਣ ਪੀਣ ਨੂੰ ਮੈਡੀਕੇਸ਼ਨ ਨਹੀਂ ਸੀ ਦਿੱਤੀਆਂ ਗਈਆਂ, ਤੇ ਜਿਹੜੇ ਲੋਕਲ ਜਿਹੜੇ ਸੀਗੇ ਪੋਲੀਟੀਸ਼ੀਅਨ, ਚਾਹੇ ਉਹ ਹੈਰੀ ਸਟੀਵਨ ਹੋਵੇ ਤੇ ਚਾਹੇ ਉਹ ਜੇ ਆਪਣੇ BC ਦੇ ਪ੍ਰੀਮੀਅਰ ਹੋਣ, ਚਾਹੇ ਵੈਂਕੂਵਰ ਟੂਅਨ ਵੈਕਸਟਰ ਹੋਣ, ਚਾਹੇ ਸਿਟੀ ਨਿਊ ਵੈਸਟਮਿੰਸਟਰ ਦੇ ਜਿਹੜੇ ਕਾਉਂਸਲ ਹੋਵੇ, ਮਤੇ ਪਾਸ ਕਰ ਰਹੇ ਸੀਗੇ ਵੀ ਇਹਨਾਂ ਨੂੰ ਵਾਪਸ ਘੱਲਿਆ ਜਾਵੇ। ਇੱਥੋਂ ਤੱਕ ਵੀ ਜਿਹੜੇ ਏਸੀਆਟਿਕ ਦੇ 4000 ਲੋਕ ਰਹਿੰਦੇ ਆ ਇਹ ਵੀ ਬਾਹਰ ਘੱਲ ਦਿੱਤੇ ਜਾਣ, ਚਾਈਨੀਜ਼ ਵੀ ਬਾਹਰ ਘੱਲ ਦਿੱਤੇ ਜਾਣ। ਇਹੋ ਜਿਹੇ ਮਤੇ ਪਾਸ ਕੀਤੇ ਜਾਣ ਜਿਹਦੀ ਕਿ ਮੈਂ ਮਾਫੀ ਸਿਟੀ ਆਫ ਵੈਂਕੂਵਰ ਤੋਂ ਵੀ ਮੰਗਾਈ ਹੈ ਤੇ ਸਿਟੀ ਆਫ ਨਿਊ ਵੈਸਟਮਿੰਸਟਰ ਵੀ ਲਾਸਟ ਈਅਰ ਮੰਗਾਈ ਹੈਗੀ ਆ। ਤੇ ਉਹ ਫਿਰ ਮੈਂ ਸਾਰਾ ਉਹਨੂੰ ਸ਼ੇਅਰ ਕੀਤਾ। ਫਿਰ ਮੈਂ ਕਿਹਾ ਕਿ ਤੇ ਬਾਕੀ ਭੁੱਖੇ ਪਿਆਸੇ ਉਹਨਾਂ ਨੂੰ ਭੇਜਿਆ ਗਿਆ, ਉਹ 'ਚ 2 ਬੱਚੇ, 2 ਔਰਤਾਂ ਵੀ ਸੀਗੀਆਂ, 5 ਬੱਚੇ ਵੀ ਸੀ, ਉਹਨਾਂ ਨਾਲ ਵੀ ਤਰਸ ਨਹੀਂ ਕੀਤਾ ਇਹਨਾਂ ਨੇ। ਕਈ 4-4 5-5 ਦਿਨ ਭੁੱਖੇ ਪਿਆਸੇ ਰਹਿਣਾ ਪੈਂਦਾ ਸੀਗਾ। ਤੇ ਜਦੋਂ ਉੱਥੇ ਗਏ ਆ ਫਿਰ ਇਹਨਾਂ ਨੂੰ ਸ਼ਹੀਦ ਕੀਤਾ ਗਿਆ 20 ਨੂੰ, ਤੇ ਬਾਕੀ ਨੂੰ ਜੇਲ੍ਹਾਂ 'ਚ ਰੱਖਿਆ ਗਿਆ। ਤੇ ਫਿਰ ਮੇਰੇ ਗ੍ਰੈਂਡਫਾਦਰ ਨੇ 5 ਸਾਲ ਦੀ ਜੇਲ੍ਹ ਕੱਟੀ ਹੈਗੀ। ਉਸ ਤੋਂ ਮਗਰੋਂ ਪ੍ਰੋਟੈਸਟ ਦੇ ਲਈ ਸਾਰੇ ਜਿਹੜੇ ਪੈਸੇਂਜਰ ਸੀ ਮੋਸਟਲੀ ਫਰੀडम ਮੂਵਮੈਂਟ ਵਿੱਚ ਗਏ ਸੀਗੇ। 1947 ਵਿੱਚ ਜੇ ਆਪਣਾ ਦੇਸ਼ ਆਜ਼ਾਦ ਹੁੰਦਾ ਤਾਂ ਕਾਮਾਗਾਟਾ ਮੋਰ ਟਰਨਿੰਗ ਪੁਆਇੰਟ ਸੀ ਇੰਡੀਆ ਦੀ ਫਰੀडम ਮੂਵਮੈਂਟ ਵਿੱਚ। ਤੇ 1960 ਵਿੱਚ 2 ਵਿੱਚ ਮੇਰੇ ਜਿਹੜੇ ਗ੍ਰੈਂਡਫਾਦਰ ਸੀਗੇ ਬਾਬਾ ਪੂਰਨ ਸਿੰਘ ਜਨੇਤਪੁਰਾ, ਉਹਨਾਂ ਨੂੰ ਆਜ਼ਾਦੀ ਦੇ ਘਿਲਾੜੀ ਦਾ ਖਿਤਾਬ ਦਿੱਤਾ ਗਿਆ ਸੀ ਪੰਜਾਬ ਗੌਰਮੈਂਟ ਵੱਲੋਂ। ਤੇ 1968 ਵਿੱਚ ਫਿਰ ਜਦੋਂ ਉਹਨਾਂ ਨੂੰ ਸੱਦਣਾ ਚਾਹਿਆ, ਉਹ ਕਹਿੰਦੇ ਅਸੀਂ ਨਹੀਂ ਜਾਣਾ ਹੈਗਾ, ਸਾਡੀਆਂ ਕੌੜੀਆਂ ਯਾਦਾਂ ਨੇ, ਪਰ ਅਸੀਂ ਰਾਹ ਖੋਲ੍ਹੇ ਆਏ ਹਾਂ। ਸਾਡੇ ਭਾਰਤੀ ਭਾਈਚਾਰੇ ਦੇ ਲੋਕ ਇੱਕ ਦਿਨ ਜਾ ਕੇ ਜਾਣਗੇ, ਰਾਜ ਕਰਨਗੇ, ਜੋ ਕਿ ਅਸੀਂ ਰਾਹ ਖੋਲ੍ਹੇ ਆ। ਜੇ ਦੇਖਿਆ ਜਾਏ ਤਾਂ ਅੱਜ ਕਮਿਊਨਿਟੀ ਰਾਜ ਕਰ ਰਹੀ ਹੈ, ਹਰ ਫੀਲਡ ਵਿੱਚ ਹੀ ਰਾਜ ਕਰ ਰਹੀ ਹੈਗੀ, ਉਹਨਾਂ ਦੀ ਵੱਡੀ ਦੇਣ ਹੈਗੀ ਆ। ਤੇ ਇਹ ਮੈਂ ਸਾਰੀ ਹਿਸਟਰੀ ਉੱਥੋਂ ਦੇ ਜਿਹੜੇ ਰੈਜ਼ੀਡੈਂਟ ਸੀ ਉਹਨਾਂ ਨੂੰ ਦੱਸੀ। ਤੇ ਉਸ ਤੋਂ ਮਗਰੋਂ ਫਿਰ ਮੈਂ ਧੰਨਵਾਦ ਵੀ ਕੀਤਾ ਸੀਗਾ ਕਾਉਂਸਲ ਦਾ ਵੀ ਜੋ ਕਿ ਤੁਸੀਂ ਜਿਹੜੇ ਬਜ਼ੁਰਗਾਂ ਨੂੰ ਰਿਕਗਨਾਈਜ਼ ਕੀਤਾ ਜਿਨ੍ਹਾਂ ਨੇ ਡਿਊਰਿੰਗ ਤੇ ਜੀ ਬਹੁਤ ਜ਼ਿਆਦਾ ਸਫਰ ਕੀਤਾ ਵਾ। ਤੇ ਹਾਂਜੀ, ਅਸੀਂ ਬੜੇ ਖੁਸ਼ ਹਾਂ, ਕਮਿਊਨਿਟੀ ਬੜੀ ਖੁਸ਼ ਹੈਗੀ ਆ। ਇਹ ਗ੍ਰੇਟ ਟ੍ਰਿਬਿਊਟ ਹੈਗਾ ਉਹਨਾਂ ਪੈਸੇਂਜਰ ਦੇ ਲਈ ਜਿਹੜੀ ਡਿਊਰਿੰਗ ਦੀ ਟ੍ਰੈਜਡੀ ਬਹੁਤ ਜ਼ਿਆਦਾ ਸਫਰ ਕੀਤਾ। ਤੂਰ ਸਾਹਿਬ, ਤੁਸੀਂ ਲੰਮੇ ਸਮੇਂ ਤੋਂ ਲੌਬੀ ਕਰ ਰਹੇ ਹੋ, ਐਡਵੋਕੇਟ ਕਰ ਰਹੇ ਹੈਗੇ ਹੋ, ਚਾਹੇ ਉਹ ਕਿਤੇ ਵੀ ਆ ਕੈਨੇਡਾ ਦੇ ਵਿੱਚ, ਕਿਸੇ ਵੀ ਪ੍ਰੋਵਿੰਸ ਦੇ ਵਿੱਚ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਹੈ ਕਿ ਕਿੱਥੇ ਕਿਹੜੇ ਸੂਬੇ ਦੇ ਵਿੱਚ ਕਾਮਾਗਾਟਾ ਮਾਰੂ ਦੀ ਇੱਕ ਯਾਦਗਾਰ ਹੋਣੀ ਚਾਹੀਦੀ ਹੈ? ਹਾਂਜੀ, ਇੱਕ ਤਾਂ ਮੈਂ ਤੁਹਾਨੂੰ ਹੋਰ ਖੁਸ਼ ਖਬਰ ਦੱਸਣ ਲੱਗਾ ਹੈਗਾ ਮੈਂ ਕਿ ਜਿਹੜੀ ਹੈਗੀ ਲਾਸਟ ਈਅਰ ਜਿਹੜੇ ਮੈਂ 2-3 ਸਾਲ ਤੋਂ ਸਿਟੀ ਆਫ ਨਿਊ ਵੈਸਟਮਿੰਸਟਰ ਨੂੰ ਆਖਿਆ ਵੀ ਤੁਸੀਂ ਕਿ ਸਟਰੀਟ ਦਾ ਨਾਂ, ਪਾਰਕ ਦਾ ਨਾਂ ਰੱਖੋ, ਤੇ ਨਾਲੇ ਉਹਨਾਂ ਨੇ ਮੇਰੇ ਕਹਿ ਤੇ ਮਾਫੀ ਵੀ ਮੰਗੀ ਸੀ। ਉਸ ਤੋਂ ਮਗਰੋਂ ਫਿਰ ਜਿਹੜੀ ਮਾਰਚ ਦੀ ਜਿਹੜੀ ਲਾਸਟ ਈਅਰ ਸੀਗੀ ਉਹਦੇ 'ਚ ਉਹਨਾਂ ਨੇ 2 ਫੈਰੀ ਟਰਮੀਨਲ ਦਾ ਨਾਂ ਰੱਖਿਆ ਸੀਗਾ, ਕਾਮਾਗਾਟਾ ਮਾਰੂ ਰੱਖਿਆ ਗਿਆ। 2 ਜਿਹੜੀ ਕਿਊਟੂਕੂ ਫੈਰੀ 2 ਟਰਮੀਨਲ ਨੇ, ਤੇ ਉਹਨਾਂ ਨਾਲ ਰੱਖਿਆ। ਫਿਰ ਇੱਕ ਜਿਹੜੀ ਹੈਗੀ ਟ੍ਰੇਲ ਜਾਂਦੀ ਹੈਗੀ ਆ, ਉਹਦਾ ਨਾਂ ਵੀ ਕਾਮਾਗਾਟਾ ਮਾਰੂ ਟ੍ਰੇਲ ਰੱਖਿਆ ਗਿਆ ਵਾ। ਤੇ ਨਾਲ ਜਿਹੜੀ ਉੱਥੇ ਸਟੋਰੀ ਬੋਰਡ ਲੱਗਣਾ ਹੈਗਾ ਵਾ, ਉਹ ਮੈਂ ਹੁਣ ਖੁਸ਼ਖਬਰੀ ਜ਼ਰੂਰ ਦੱਸਣ ਲੱਗਾ ਹਾਂ। ਮੇਰੀ ਅੱਜ ਮੈਨੇਜਰ ਨਾਲ ਗੱਲ ਹੋਈ ਸੀਗੀ, ਉਹ ਕਹਿੰਦਾ ਸੀਗਾ ਇੰਸਟੀਟਿਊਟ ਐਂਡ ਆਫ ਅਗਸਤ ਅਸੀਂ ਸੋਚ ਰਹੇ ਹੈਗੇ ਵੀ ਜਾਂ 30 ਅਗਸਤ ਦੇ ਅਸੀਂ ਸ਼ਾਇਦ ਇਸ ਨੂੰ ਅਸੀਂ ਅਨਵੀਲ ਕਰਾਂਗੇ, ਫਿਰ ਤੁਹਾਨੂੰ ਸੱਦਾ ਪੱਤਰ ਦਿੱਤਾ ਜਾਊਗਾ। ਤੇ ਬਹੁਤ ਹੀ ਜਲਦੀ ਮੇਰਾ ਖਿਆਲ ਨੈਕਸਟ ਮੰਥ ਆਪਾਂ ਫਿਰ ਮਿਲਾਂਗੇ। ਤੇ ਮੇਰਾ ਖਿਆਲ ਜਿਹੜੇ 2 ਫੈਰੀ ਟਰਮੀਨਲ ਨੇ ਨਿਊ ਵੈਸਟਮਿੰਸਟਰ ਕਿਊਟੂਕੂ ਫੈਰੀ ਡਾਕਸ, ਉਹਨਾਂ ਦਾ ਨਾਂ ਕਾਮਾਗਾਟਾ ਮਾਰੂ ਜਿਹੜਾ ਹੈਗਾ ਫੈਰੀ ਟਰਮੀਨਲ ਰੱਖਿਆ ਜਾ ਰਿਹਾ ਵਾ। ਤੇ ਇੱਕ ਟ੍ਰੇਲ ਦਾ ਨਾਂ ਕਾਮਾਗਾਟਾ ਮਾਰੂ ਟ੍ਰੇਲ ਰੱਖਿਆ ਜਾ ਰਿਹਾ ਵਾ। ਇੱਕ ਇੰਟਰਪ੍ਰੀਟਿਵ ਸਾਈਨ ਲਗਾਇਆ ਜਾਏਗਾ। ਤੇ ਬਾਕੀ ਹੋਰ ਮੇਰੀ ਜਿਹੜੀ ਗੱਲਬਾਤ ਸਿਟੀ ਆਫ ਮਿਸ਼ਨ ਨਾਲ ਚੱਲ ਰਹੀ ਆ, ਸਿਟੀ ਆਫ ਵੈਬਸਪੋਰਟ ਨਾਲ ਚੱਲ ਰਹੀ ਆ, ਵਾਈਟ ਰੌਕ ਨਾਲ ਚੱਲ ਰਹੀ ਆ, ਸਾਰੀ ਸਿਟੀ ਜਿੰਨੀਆਂ BC ਤੇ ਮੋਸਟਲੀ ਮੇਰੀ ਗੱਲਬਾਤ ਚੱਲ ਰਹੀ ਆ। ਆਪਾਂ ਕੋਈ ਨਾ ਕਿਸੇ ਸਟਰੀਟ ਦਾ ਨਾਂ, ਪਾਰਕ ਦਾ ਨਾਂ ਜਾਂ ਕਿਸੇ ਇੰਟਰਪ੍ਰੀਟਿਵ ਸਾਈਨ ਦਾ ਨਾਂ ਆਪਾਂ ਤਕਰੀਬਨ BC ਦੀ ਹਰ ਸ਼ਹਿਰ ਵਿੱਚ ਹੀ ਆਪਾਂ ਦੇਖਾਂਗੇ। ਬਿਲਕੁਲ, ਹਿਸਟਰੀ ਨੂੰ ਯਾਦ ਰੱਖਣਾ ਜ਼ਰੂਰੀ ਹੈਗਾ। ਕਾਮਾਗਾਟਾ ਮਾਰੂ ਤੇ ਸਭ ਤੋਂ ਸਿੱਖ ਇਤਿਹਾਸ ਦੇ ਵਿੱਚ, ਚਾਹੇ ਲਾ ਲਓ ਭਾਰਤੀ ਇਤਿਹਾਸ ਦੇ ਵਿੱਚ, ਸਭ ਤੋਂ ਵੱਡੀ ਘਟਨਾ ਸੀਗੀ। ਤੁਸੀਂ ਹਮੇਸ਼ਾ ਲੌਬੀ ਕਰਦੇ ਹੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ, ਥੈਂਕ ਯੂ ਵੈਰੀ ਮਚ, ਧੰਨਵਾਦ। ਕੈਨੇਡਾ ਵਿੱਚ ਕਾਮਾਗਾਟਾ ਮਾਰੂ ਦੀ ਘਟਨਾ ਸਾਲ 1914 ਵਿੱਚ ਵਾਪਰੀ, ਜਿਸ ਨੇ ਭਾਰਤ ਦੇ ਸੰਵਿਧਾਨ ਦੇ ਚਰਚਿਤ ਗਦਰ ਅੰਦੋਲਨ ਨੂੰ ਖੜਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਬੀਤੇ ਦਿਨੀ ਕੈਨੇਡਾ ਵਿੱਚ 108ਵੀਂ ਬਰਸੀ ਮਨਾਈ ਗਈ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਬਿਆਨ ਜਾਰੀ ਕਰਦਿਆਂ ਪੀੜਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ 1914 ਵਿੱਚ 376 ਸਾਊਥ ਏਸ਼ੀਅਨਜ਼ ਦੇ ਨਾਲ ਭਰਿਆ ਜਹਾਜ਼ ਕੈਨੇਡਾ ਆ ਰਿਹਾ ਸੀ ਅਤੇ ਉਸ ਵੇਲੇ ਨਸਲੀ ਵਿਤਕਰੇ ਭਰੇ ਕਾਨੂੰਨ ਕਾਰਨ ਸਿੱਖਾਂ ਸਣੇ 376 ਮੁਸਾਫਰਾਂ ਨਾਲ ਵੱਡਾ ਦੁਖਾਂਤ ਵਾਪਰਿਆ, ਜੋ ਕਿ ਚੰਗੇ ਭਵਿੱਖ ਲਈ ਕੈਨੇਡਾ ਆਉਣਾ ਚਾਹੁੰਦੇ ਸਨ। ਪਰ ਕੈਨੇਡਾ ਨੇ ਇਸ ਮੰਦਭਾਗੀ ਘਟਨਾ ਨੂੰ ਮੁੜ ਕੇ ਕਦੇ ਵੀ ਨਹੀਂ ਦੁਹਰਾਇਆ ਅਤੇ ਕੈਨੇਡਾ ਦੀ ਸੰਸਦ ਵਿੱਚ ਇਸ ਲਈ ਮੁਆਫੀ ਵੀ ਮੰਗੀ ਜਾ ਚੁੱਕੀ ਹੈ। ਤੁਹਾਨੂੰ ਦੱਸ ਦਈਏ, ਕੈਨੇਡਾ ਵਿੱਚ ਪੰਜਾਬੀਆਂ ਅਤੇ ਭਾਰਤੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਨੂੰ ਰੋਕਣ ਲਈ ਸਰਕਾਰ ਨੇ
1907 ਨੂੰ ਐਲਾਨ ਕੀਤਾ ਕਿ ਕੈਨੇਡਾ ਵਿੱਚ ਉਹ ਹੀ ਦਾਖਲ ਹੋਵੇਗਾ ਜੋ ਭਾਰਤ ਤੋਂ ਸਿੱਧੀ ਟਿਕਟ ਅਤੇ $200 ਲੈ ਕੇ ਆਵੇਗਾ। ਜ਼ਿਲ੍ਹਾ ਤਰਨਤਾਰਨ ਦੇ ਸਰਹਾਲੀ ਦੇ ਰਹਿਣ ਵਾਲੇ ਬਾਬਾ ਗੁਰਦਿੱਤ ਸਿੰਘ ਉਸ ਸਮੇਂ ਮਲੇਸ਼ੀਆ ਵਿੱਚ ਵਪਾਰ ਕਰਦੇ ਸਨ। ਉਹਨਾਂ ਨੇ ਜਾਪਾਨੀ ਕੰਪਨੀ ਕੋਲੋਂ $11,000 ਪ੍ਰਤੀ ਮਹੀਨੇ ਦੇ ਹਿਸਾਬ ਨਾਲ SS ਕਾਮਾਗਾਟਾ ਮਾਰੂ ਜਹਾਜ਼ 6 ਮਹੀਨੇ ਲਈ ਲੈ ਕੇ 500 ਯਾਤਰੀਆਂ ਸਣੇ ਕੋਲਾ ਲੱਦ ਕੇ ਵਪਾਰ ਕਰਨ ਲਈ ਤੁਰਨ ਲੱਗੇ ਤਾਂ ਸਰਕਾਰ ਨੇ ਗੁਰਦਿੱਤ ਸਿੰਘ ਜੀ ਨੂੰ ਝੂਠੇ ਕੇਸ ਵਿੱਚ ਹਿਰਾਸਤ ਵਿੱਚ ਲੈ ਲਿਆ, ਜਿਸ ਤੋਂ ਬਾਅਦ ਬਹੁਤੇ ਮੁਸਾਫਿਰ ਖਿਸਕ ਗਏ ਅਤੇ ਸਿਰਫ 135 ਮੁਸਾਫਿਰ ਰਹਿ ਗਏ। ਦੁਬਾਰਾ ਗਵਰਨਰ ਦੀ ਮਨਜ਼ੂਰੀ ਮਿਲਣ ਤੇ ਜਹਾਜ਼ ਵੱਖ-ਵੱਖ ਬੰਦਰਗਾਹਾਂ ਤੋਂ 376 ਯਾਤਰੀ ਲੈ ਕੇ ਕੈਨੇਡਾ ਲਈ ਰਵਾਨਾ ਹੋਇਆ। ਇਸ ਜਹਾਜ਼ ਵਿੱਚ ਸਿੱਖ, ਮੁਸਲਮਾਨ ਅਤੇ ਹਿੰਦੂ ਭਾਈਚਾਰੇ ਦੇ ਲੋਕ ਸਵਾਰ ਸਨ, ਜਿਹੜੇ ਕਿ ਆਪਣੇ ਪਰਿਵਾਰ ਦੇ ਵਧੀਆ ਭਵਿੱਖ ਲਈ ਕੈਨੇਡਾ ਵਿੱਚ ਵਸਣਾ ਚਾਹੁੰਦੇ ਸਨ। ਪਰ ਕਾਮਾਗਾਟਾ ਮਾਰੂ ਨਾਂ ਦੇ ਇਸ ਜਹਾਜ਼ ਨੂੰ ਵੈਨਕੂਵਰ ਦੀ ਬੰਦਰਗਾਹ ਤੇ 2 ਮਹੀਨੇ ਰੋਕ ਕੇ ਰੱਖਿਆ। ਇਸ ਦੌਰਾਨ ਇਹਨਾਂ ਯਾਤਰੀਆਂ ਨੂੰ ਨਾ ਤਾਂ ਮੈਡੀਕਲ ਸਹਾਇਤਾ ਹੀ ਦਿੱਤੀ ਗਈ ਤੇ ਨਾ ਹੀ ਖਾਣਾ ਤੇ ਪਾਣੀ ਮੁਹੱਈਆ ਕਰਵਾਇਆ ਗਿਆ। ਇਹਨਾਂ ਯਾਤਰੀਆਂ ਨੇ ਦੇਸ਼ ਵਿੱਚ ਦਾਖਲ ਹੋਣ ਲਈ ਕੈਨੇਡੀਅਨ ਕੋਰਟ ਵਿੱਚ ਅਪੀਲ ਪਾਈ ਸੀ, ਪਰ ਸਥਾਨਕ ਸਾਊਥ ਏਸ਼ੀਅਨ ਭਾਈਚਾਰੇ ਦੇ ਲੱਖਾਂ ਯਤਨਾਂ ਦੇ ਬਾਵਜੂਦ ਉਸ ਵੇਲੇ ਦੇ ਨਸਲਵਾਦੀ ਤੇ ਵਿਤਕਰੇ ਭਰੇ ਕਾਨੂੰਨ ਕਾਰਨ ਉਹਨਾਂ ਦੀ ਕੈਨੇਡੀਅਨ ਕੋਰਟ ਵਿੱਚ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਸਿੱਖਾਂ ਸਣੇ 376 ਯਾਤਰੀਆਂ ਨਾਲ ਭਰੇ ਇਸ ਜਹਾਜ਼ ਨੂੰ ਜ਼ਬਰਦਸਤੀ ਭਾਰਤ ਵਾਪਸ ਮੋੜ ਦਿੱਤਾ ਗਿਆ, ਜਿੱਥੇ ਇਹਨਾਂ ਯਾਤਰੀਆਂ ਵਿੱਚੋਂ ਲਗਭਗ 21 ਦੀ ਮੌਤ ਹੋਈ ਅਤੇ ਹੋਰਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਅਤੇ ਬਾਬਾ ਗੁਰਦਿੱਤ ਸਿੰਘ ਅਤੇ ਕੁਝ ਮੁਸਾਫਿਰ ਬਚ ਨਿਕਲਣ ਵਿੱਚ ਸਫਲ ਹੋਏ। ਇਹਨਾਂ ਘਾਲਣਾ ਨੂੰ ਦੇਖਦੇ ਹੋਏ ਅੱਜ ਅਸੀਂ ਇਤਿਹਾਸ ਨੂੰ ਯਾਦ ਕਰਦੇ ਹਾਂ ਅਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਵੀ ਯਾਦ ਕਰਦੇ ਹਾਂ ਤੇ ਅੱਜ ਹਰ ਸੂਬੇ ਦੇ ਵਿੱਚ ਕਾਮਾਗਾਟਾ ਮਾਰੂ ਦੇ ਨਾਂ ਦੇ ਉੱਤੇ ਜਾਂ ਤਾਂ ਪਾਰਕ, ਜਾਂ ਤਾਂ ਸਟਰੀਟ ਤੇ ਜਾਂ ਤਾਂ ਕੋਈ ਇੱਕ ਸਮਾਰਕ ਬਣਾਈ ਗਈ ਹੈ ਤਾਂ ਕਿ ਉਹਨਾਂ ਦੀਆਂ ਘਾਲਣਾ ਨੂੰ ਯਾਦ ਕੀਤਾ ਜਾ ਸਕੇ। ਜਿਵੇਂ ਰਾਜ ਸਿੰਘ ਤੂਰ ਨੇ ਦੱਸਿਆ ਕਿ ਵਿਨੀਪੈਗ ਦੇ ਵਿੱਚ ਲੋਕ ਜਿਹੜੇ ਬੈਠੇ ਨੇ, ਜਿਹੜੇ ਭਾਰਤੀ ਬੈਠੇ ਨੇ, ਪੰਜਾਬੀ ਬੈਠੇ ਨੇ, ਉਹ ਇਸ ਫੈਸਲੇ ਤੋਂ ਖੁਸ਼ ਨੇ ਤੇ ਨਾਲ ਜਿੰਨੇ ਵੀ ਲੋਕਾਂ ਨੇ ਇਸ ਖਬਰ ਦੇ ਬਾਰੇ ਸੁਣਿਆ, ਹਰ ਕੋਈ ਖੁਸ਼ ਹੈ ਕਿ ਕਾਮਾਗਾਟਾ ਮਾਰੂ ਸਾਡੀ ਹਿਸਟਰੀ ਜਿੰਦਾ ਰਹਿਣੀ ਚਾਹੀਦੀ ਹੈ। ਰਾਜ ਸਿੰਘ ਤੂਰ ਨੇ ਇਹ ਵੀ ਦੱਸਿਆ ਕਿ ਫੈਰੀ ਟਰਮੀਨਲ ਦਾ ਨਾਂ ਵੀ ਕਾਮਾਗਾਟਾ ਮਾਰੂ ਤੇ ਰੱਖਿਆ ਜਾਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਬਾਰੇ ਵੀ ਤੁਹਾਨੂੰ ਇਨਫੋਰਮੇਸ਼ਨ ਤੇ ਅਪਡੇਟ ਦਿੰਦੇ ਰਵਾਂਗੇ। ਦੇਖਦੇ ਰਹੋ ਸਾਂਝਾ TV ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।